ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਜੌਬ ਅਕੈਡਮੀ 'ਤੇ ਤੁਹਾਡਾ ਸਵਾਗਤ ਹੈ। ਐਜ਼ ਅ ਸਿਟੀਜ਼ਨ ਆਫ ਇੰਡੀਆ ਤੁਹਾਨੂੰ ਭਾਰਤ ਦੇ ਸੰਵਿਧਾਨ ਦੀ ਥੋੜ੍ਹੀ ਜਿਹੀ ਜਾਣਕਾਰੀ ਤਾਂ ਹੋਣੀ ਚਾਹੀਦੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਫੰਡਾਮੈਂਟਲ ਰਾਈਟਸ ਕੀ ਨੇ ਅਤੇ ਤੁਹਾਡੀਆਂ ਡਿਊਟੀਜ਼ ਕੀ ਨੇ, ਕਿਵੇਂ ਸਾਡੇ ਦੇਸ਼ ਦਾ ਪ੍ਰਸ਼ਾਸਨ ਚੱਲਦਾ। ਪਰ ਐਜ਼ ਅ ਸਟੂਡੈਂਟ ਤੁਹਾਨੂੰ ਇੰਨੀ ਕੁ ਜਾਣਕਾਰੀ ਤਾਂ ਹੋਣੀ ਚਾਹੀਦੀ ਹੈ ਕਿ ਤੁਹਾਡੇ ਪੇਪਰ ਦੇ ਵਿੱਚ ਜਿਹੜੇ ਵੀ ਕੁਐਸਚਨਸ ਬਣਦੇ ਨੇ ਉਹਨਾਂ ਨੂੰ ਤੁਸੀਂ ਸੋਲਵ ਕਰ ਸਕੋ। ਠੀਕ ਹੈ ਜੀ, ਅਸੀਂ 1 ਬਾਏ 1 ਇੱਕ ਜਿਹੜੇ ਮੇਨ ਪਾਰਟਸ ਨੇ ਭਾਰਤ ਦੇ ਸੰਵਿਧਾਨ ਦੇ ਉਹਨਾਂ ਬਾਰੇ ਡਿਸਕਸ ਕਰਦੇ ਚੱਲਾਂਗੇ ਅਤੇ ਤੁਹਾਨੂੰ ਉਹਨਾਂ ਬਾਰੇ ਸਮਝਾਉਂਦੇ ਚੱਲਾਂਗੇ। ਪਰ ਭਾਰਤ ਦੇ ਸੰਵਿਧਾਨ ਦੇ ਵਿੱਚ ਵੜਨ ਤੋਂ ਪਹਿਲਾਂ ਤੁਹਾਨੂੰ ਉਹਦੇ ਬਾਰੇ ਕੁਝ ਬੇਸਿਕ ਫੈਕਟਸ ਪਤਾ ਹੋਣਾ ਚਾਹੀਦਾ। ਭਾਰਤ ਦਾ ਸੰਵਿਧਾਨ ਕਿਵੇਂ ਬਣਿਆ, ਕਦੋਂ ਬਣਿਆ, ਕਿੰਨਾ ਉਹਦੇ 'ਤੇ ਖਰਚਾ ਹੋਇਆ, ਕਿਹੜੇ ਦੇਸ਼ ਦੇ ਸੰਵਿਧਾਨ ਨੂੰ ਪੜ੍ਹ ਕੇ ਜਿਹੜੀ ਡਰਾਫਟਿੰਗ ਕਮੇਟੀ ਸੀ ਉਹਨੇ ਕਿਹੜੇ ਦੇਸ਼ ਦੇ ਸੰਵਿਧਾਨ ਪੜ੍ਹੇ। ਠੀਕ ਹੈ, ਇਹ ਬੇਸਿਕ ਫੈਕਟਸ ਨੇ ਕੁਝ ਜਿਹੜੇ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ ਜੀ, ਹੁਣ ਅੱਜ ਦੀ ਵੀਡੀਓ ਦੇ ਵਿੱਚ ਤਾਂ ਅਸੀਂ ਡਿਸਕਸ ਕਰਾਂਗੇ ਇਹਨਾਂ ਬੇਸਿਕ ਫੈਕਟਸ ਬਾਰੇ। ਉਸ ਤੋਂ ਬਾਅਦ ਫਿਰ ਅਸੀਂ 1 ਬਾਏ 1 ਜਿਹੜੇ ਮੇਨ ਪਾਰਟਸ ਨੇ ਉਹ ਤੁਹਾਨੂੰ ਉਹਨਾਂ ਬਾਰੇ ਅਸੀਂ ਜਾਣਕਾਰੀ ਦਿੰਦੇ ਚੱਲਾਂਗੇ। ਠੀਕ ਹੈ ਜੀ, ਤੁਸੀਂ ਆਪਣੇ ਹੈਂਡ ਰਿਟਨ ਨੋਟਸ ਬਣਾਉਂਦੇ ਚੱਲਿਓ ਤਾਂ ਕਿ ਬਾਰ-ਬਾਰ ਵੀਡੀਓਜ਼ ਦੇਖ ਕੇ ਟਾਈਮ ਵੇਸਟ ਨਾ ਕਰਨਾ ਪਵੇ। ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਚੱਲਦੇ ਹਾਂ ਅੱਜ ਦੀ ਵੀਡੀਓ ਵੱਲ। ਹੁਣ ਸਭ ਤੋਂ ਪਹਿਲਾ ਕੁਐਸਚਨ ਇਹੀ ਬਣਦਾ ਹੈ ਕਿ ਸੰਵਿਧਾਨ ਅਸਲ ਦੇ ਵਿੱਚ ਹੁੰਦਾ ਕੀ ਹੈ। ਸੰਵਿਧਾਨ ਉਹਨਾਂ ਬੁਨਿਆਦੀ ਨਿਯਮਾਂ ਜਾਂ ਅਸੂਲਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਨਾਲ ਕਿਸੇ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ। ਠੀਕ ਹੈ ਜੀ, ਅਤੇ ਲਿਖਿਤ ਅਤੇ ਅਲਿਖਿਤ ਸੰਵਿਧਾਨ ਬਾਰੇ ਤੁਸੀਂ ਸੁਣਿਆ ਹੋਣਾ। ਜਦੋਂ ਇਹਨਾਂ ਨਿਯਮਾਂ ਨੂੰ ਕਿਸੇ ਇੱਕ ਜਗ੍ਹਾ 'ਤੇ ਲਿਖ ਕੇ ਕਾਨੂੰਨੀ ਦਸਤਾਵੇਜ਼ ਵਜੋਂ ਉਹਨੂੰ ਲਿਖ ਕੇ ਤਿਆਰ ਕਰ ਲਿਆ ਤਾਂ ਉਹਨੂੰ ਲਿਖਿਤ ਸੰਵਿਧਾਨ ਕਹਿੰਦੇ ਨੇ। ਜਦੋਂ ਟਰੈਡੀਸ਼ਨਲੀ ਚੱਲਦਾ ਰਹਿੰਦਾ, ਪਿੱਛੇ ਜਿਹੜੀਆਂ ਪਰੰਪਰਾਵਾਂ ਚੱਲ ਰਹੀਆਂ ਨੇ ਉਹਦੇ ਹਿਸਾਬ ਨਾਲ ਹੀ ਕਿਸੇ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਤਾਂ ਉਹਨੂੰ ਅਲਿਖਿਤ ਸੰਵਿਧਾਨ ਕਿਹਾ ਜਾਂਦਾ। ਠੀਕ ਹੈ ਜੀ, ਚੱਲਦੇ ਹਾਂ ਅੱਗੇ। ਭਾਰਤੀ ਸੰਵਿਧਾਨ ਦੇ ਕੁਝ ਬੇਸਿਕ ਫੈਕਟਸ ਨੇ, ਹਿਸਟਰੀਕਲ ਬੈਕਗਰਾਊਂਡ ਹੀ ਇੱਕ ਤਰ੍ਹਾਂ ਦਾ, ਇਹ ਤੁਸੀਂ ਯਾਦ ਰੱਖਣੇ ਨੇ, ਲਿਖ ਕੇ ਰੱਖ ਲਿਓ ਇਹਨਾਂ ਨੂੰ ਕਿਸੇ ਜਗ੍ਹਾ 'ਤੇ। ਸਭ ਤੋਂ ਪਹਿਲਾਂ 1922 ਦੇ ਵਿੱਚ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਸਾਡਾ ਇੱਕ ਸੰਵਿਧਾਨ ਹੋਣਾ ਚਾਹੀਦਾ ਹੈ। ਠੀਕ ਹੈ ਜੀ, ਉਸ ਤੋਂ ਬਾਅਦ 1946 ਦੇ ਵਿੱਚ ਇਹਦੇ ਵਿੱਚ ਕ੍ਰਿਪਸ ਮਿਸ਼ਨ ਵੀ ਨੋਟ ਕਰ ਲਿਓ। 1942 ਦੇ ਵਿੱਚ ਕ੍ਰਿਪਸ ਮਿਸ਼ਨ ਆਇਆ ਸੀ। ਕ੍ਰਿਪਸ ਮਿਸ਼ਨ ਆਇਆ ਸੀ। ਇਹਨਾਂ ਨੇ ਕਿਹਾ ਸੀ ਕਿ ਸੰਵਿਧਾਨ ਵਰਲਡ ਵਾਰ ਸੈਕਿੰਡ ਆ ਜਿਹੜੀ ਉਹ ਖਤਮ ਹੋਣ ਤੋਂ ਬਾਅਦ ਹੀ ਸੰਵਿਧਾਨ ਬਣਾ ਕੇ ਮਤਲਬ ਭਾਰਤ ਨੂੰ ਦਿੱਤਾ ਜਾਵੇਗਾ। ਪਰ ਉਸ ਟਾਈਮ ਜਿਹੜੇ ਸਾਡੇ ਪੋਲੀਟੀਕਲ ਲੀਡਰਸ ਸੀ ਉਹਨਾਂ ਨੇ ਉਹਦੀ ਗੱਲ ਮੰਨਣ ਤੋਂ ਮਨਾ ਕਰਤਾ ਸੀ ਅਤੇ ਇਸ ਕਰਕੇ ਜਿਹੜਾ ਕ੍ਰਿਪਸ ਮਿਸ਼ਨ ਸੀ ਇਹ ਵਾਪਸ ਚਲਾ ਗਿਆ ਸੀ। ਫਿਰ ਉਸ ਤੋਂ ਬਾਅਦ 1946 ਦੇ ਵਿੱਚ ਕੈਬਨਿਟ ਮਿਸ਼ਨ ਨੂੰ ਭੇਜਿਆ ਗਿਆ ਸੀ ਭਾਰਤ ਦੇ ਸੰਵਿਧਾਨ ਬਾਰੇ ਪ੍ਰੋਵੀਜ਼ਨ ਕਰਨ ਦੇ ਲਈ। ਠੀਕ ਹੈ ਜੀ, ਇਲੈਕਸ਼ਨ ਜਿਹੜਾ ਹੋਇਆ ਸੀ ਅਸੈਂਬਲੀ ਦਾ, ਇਲੈਕਸ਼ਨ ਹੋਣ ਤੋਂ ਬਾਅਦ 1946 ਦੇ ਵਿੱਚ 9 ਦਸੰਬਰ ਨੂੰ ਇਹਦੀ ਪਹਿਲੀ ਮੀਟਿੰਗ ਹੋਈ ਸੀ ਅਤੇ ਡਾਕਟਰ ਸਚਿਦਾਨੰਦ ਸਿਨਹਾ ਨੂੰ ਇਹਨਾਂ ਦਾ ਟੈਂਪਰੇਰੀ ਜਿਹੜਾ ਬਣਾਇਆ ਗਿਆ ਸੀ ਪ੍ਰੈਜ਼ੀਡੈਂਟ। ਠੀਕ ਹੈ ਜੀ, ਪਰਮਾਨੈਂਟ ਪ੍ਰੈਜ਼ੀਡੈਂਟ ਨਹੀਂ ਬਣਾਇਆ ਗਿਆ ਸੀ। 9 ਦਸੰਬਰ ਨੂੰ ਪਹਿਲੀ ਮੀਟਿੰਗ ਹੋਈ ਅਤੇ ਟੈਂਪਰੇਰੀ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ ਡਾਕਟਰ ਸਚਿਦਾਨੰਦ ਸਿਨਹਾ ਨੂੰ। ਅਤੇ ਉਸ ਤੋਂ ਬਾਅਦ 11 ਦਸੰਬਰ ਨੂੰ ਹੋਈ ਸੀ ਦੂਜੀ ਮੀਟਿੰਗ, ਉਹਦੇ ਵਿੱਚ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਪਰਮਾਨੈਂਟ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ। ਠੀਕ ਹੈ, 13 ਵੱਡੀਆਂ ਕਮੇਟੀਆਂ ਸੀ ਜਿਹੜੀਆਂ ਜਿਹੜੀਆਂ ਕੌਂਸਟੀਟਿਊਸ਼ਨਲ ਅਸੈਂਬਲੀ ਦੇ ਵਿੱਚ ਸੰਵਿਧਾਨ ਸਭਾ ਦੇ ਵਿੱਚ ਅਪੋਇੰਟ ਕਰੀਆਂ ਗਈਆਂ ਸੀ ਅਲੱਗ-ਅਲੱਗ ਕੰਮ ਕਰਨ ਵਾਸਤੇ। ਇਹਨਾਂ ਦੇ ਵਿੱਚੋਂ ਸਾਰਿਆਂ ਤੋਂ ਜਿਹੜੀ ਮੇਨ ਸੀ ਉਹ ਡਰਾਫਟਿੰਗ ਕਮੇਟੀ ਸੀ। ਉਹਦੇ ਬਾਰੇ ਆਪਾਂ ਅੱਗੇ ਡਿਸਕਸ ਕਰਾਂਗੇ। ਠੀਕ ਹੈ ਜੀ, ਜਿਹਨੂੰ ਸੰਵਿਧਾਨ ਬਣਾਉਣ ਦਾ ਕੰਮ ਦਿੱਤਾ ਗਿਆ ਸੀ। ਅਤੇ ਸੰਵਿਧਾਨ ਦਾ ਜਿਹੜਾ ਰਫ ਡਰਾਫਟ ਤਿਆਰ ਕਰਿਆ ਸੀ ਇਹ BN ਰਾਓ ਨੇ ਕਰਿਆ ਸੀ। BN ਰਾਓ ਮਤਲਬ ਕੌਂਸਟੀਟਿਊਸ਼ਨਲ ਐਡਵਾਈਜ਼ਰ ਸੀ ਇਹ ਸੰਵਿਧਾਨ ਸਭਾ ਦੇ। ਇਹਨਾਂ ਨੇ ਅਸਲ ਦੇ ਵਿੱਚ ਜਿਹੜਾ ਇਹ ਰਫ ਡਰਾਫਟ ਜਿਹੜਾ ਤਿਆਰ ਕਰਿਆ ਸੀ ਇਹ ਸੰਵਿਧਾਨ ਸਭਾ ਦੇ ਲਈ ਤਿਆਰ ਕਰਿਆ ਸੀ। ਅਤੇ ਉਸ ਤੋਂ ਬਾਅਦ ਇਹੀ ਜਿਹੜਾ ਜਿਸ ਟਾਈਮ 29 ਅਗਸਤ 1947 ਨੂੰ ਜਦੋਂ ਡਰਾਫਟਿੰਗ ਕਮੇਟੀ ਬਣਾਈ ਗਈ ਡਾਕਟਰ BR ਅੰਬੇਦਕਰ ਦੀ ਅਧਿਕਸ਼ਤਾ ਦੇ ਵਿੱਚ, ਡਾਕਟਰ BR ਅੰਬੇਦਕਰ ਇਹਦੇ ਚੇਅਰਮੈਨ ਅਤੇ 7 ਹੋਰ ਮਤਲਬ ਟੋਟਲ 7 ਮੈਂਬਰ ਸੀ ਇਹਦੇ ਵਿੱਚ ਕਮੇਟੀ ਦੇ ਵਿੱਚ। ਠੀਕ ਹੈ ਜੀ, ਤਾਂ ਇਹ ਡਰਾਫਟ ਆ ਜਿਹੜਾ ਇਹ ਕਮੇਟੀ ਨੂੰ ਦੇ ਦਿੱਤਾ ਗਿਆ ਕਿ ਇਹਦੇ ਮੁਤਾਬਿਕ ਤੁਸੀਂ ਜਿਹੜਾ ਸੰਵਿਧਾਨ ਆ ਉਹ ਤਿਆਰ ਕਰੋ। ਠੀਕ ਹੈ ਜੀ, ਉਸ ਤੋਂ ਬਾਅਦ ਕਮੇਟੀ ਦੇ ਵਿੱਚ ਟੋਟਲ 7 ਮੈਂਬਰ ਸੀ। ਇਹ ਤੁਹਾਨੂੰ ਅੱਗੇ ਸਮਝਾ ਦਾਂਗੇ, ਕੋਈ ਗੱਲ ਨਹੀਂ, ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਦਿਮਾਗ ਦੇ ਵਿੱਚ ਇਹਨਾਂ ਸਾਰਿਆਂ ਦਾ ਨਾਮ ਬੈਠ ਸਕੇ। ਅਤੇ ਟੋਟਲ ਮੈਂਬਰ ਤਾਂ ਹੈਗੇ ਸੀ 299, ਪਰ ਜਿਸ ਟਾਈਮ 26 ਨਵੰਬਰ 1949 ਨੂੰ ਸੰਵਿਧਾਨ ਨੂੰ ਅਪਣਾਇਆ ਗਿਆ ਸੀ ਉਸ ਟਾਈਮ ਟੋਟਲ 284 ਮੈਂਬਰ ਸੀ ਪ੍ਰੈਜ਼ੈਂਟ ਸੀ। ਇਹ ਮਤਲਬ ਇਹਨਾਂ 284 ਮੈਂਬਰਾਂ ਨੇ ਹੀ ਸੰਵਿਧਾਨ ਦੇ ਉੱਪਰ ਸਿਗਨੇਚਰ ਕੀਤੇ ਸੀ। 26 ਨਵੰਬਰ 1949 ਨੂੰ ਸਿਟੀਜ਼ਨਸ਼ਿਪ, ਇਲੈਕਸ਼ਨ ਅਤੇ ਪ੍ਰੋਵੀਜ਼ਨਲ ਪਾਰਲੀਮੈਂਟ ਮਤਲਬ ਇਹਦੇ ਵਿੱਚ ਟੋਟਲ 15 ਆਰਟੀਕਲ ਸੀ ਜਿਹੜੇ ਉਸ ਦਿਨ ਹੀ ਲਾਗੂ ਕਰ ਦਿੱਤੇ ਗਏ ਸੀ। ਬਾਕੀ ਸਾਰੇ ਜਿਹੜੇ ਲਾਗੂ ਕੀਤੇ ਗਏ ਸੀ ਉਹ 26 ਜਨਵਰੀ 1950 ਨੂੰ ਲਾਗੂ ਕੀਤੇ ਗਏ ਸੀ। ਠੀਕ ਹੈ ਜੀ, ਭਾਰਤ ਦੇ ਸੰਵਿਧਾਨ ਨੂੰ ਤਿਆਰ ਹੋਣ ਦੇ ਵਿੱਚ 2 ਸਾਲ 11 ਮਹੀਨੇ ਅਤੇ 18 ਦਿਨ ਦਾ ਟਾਈਮ ਲੱਗਾ ਸੀ। ਇਹ ਵੀ ਇੱਕ ਜਗ੍ਹਾ ਨੋਟ ਕਰਕੇ ਰੱਖ ਲਿਓ। ਅਤੇ ਉਸਦੇ ਉੱਪਰ ਗੂਗਲ ਦੀ ਗਲਤੀ ਹੈ,
6 ਕਰੋੜ ਨਹੀਂ, ਉਸ ਸਮੇਂ ਦਾ 64 ਲੱਖ ਰੁਪਏ ਖਰਚ ਆਇਆ ਸੀ ਇਹਦੇ ਵਿੱਚ। ਠੀਕ ਹੈ ਜੀ, ਜਿੰਨੀਆਂ ਸਾਡੀਆਂ ਸਟੈਂਡਰਡ ਬੁੱਕਸ ਨੇ ਉਹਨਾਂ ਦੇ ਵਿੱਚ ਤਾਂ 64 ਲੱਖ ਹੀ ਲਿਖਿਆ ਹੋਇਆ, ਗੂਗਲ ਨੇ ਪਤਾ ਨਹੀਂ ਕਿੱਥੋਂ 6 ਕਰੋੜ ਲਿਖਤਾ। ਅਤੇ ਇਹਦੇ ਵਿੱਚ ਟੋਟਲ ਉਸ ਟਾਈਮ ਸੰਵਿਧਾਨ ਸਭਾ ਦੇ ਮੈਂਬਰ ਸੀ 299। 299 ਦੇ ਵਿੱਚੋਂ ਸਾਈਨ ਕੀਤੇ ਸੀ ਜਿਨ੍ਹਾਂ ਨੇ ਉਹ ਸੀ 284, ਅਤੇ ਜਿਹੜੀ ਡਰਾਫਟਿੰਗ ਕਮੇਟੀ ਸੀ ਉਹਦੇ ਵਿੱਚ ਮੈਂਬਰ ਸੀ 7। ਇਹ ਸਾਰੀਆਂ ਚੀਜ਼ਾਂ ਤੁਸੀਂ ਨੋਟ ਕਰਕੇ ਰੱਖ ਲਿਓ। ਠੀਕ ਹੈ। ਸੰਵਿਧਾਨ ਦੀ ਵਰਤੋਂ ਸਭ ਤੋਂ ਪਹਿਲਾਂ ਇੰਗਲੈਂਡ ਨੇ ਕੀਤੀ ਸੀ, ਅਤੇ ਭਾਰਤ ਦਾ ਸੰਵਿਧਾਨ ਇੰਗਲੈਂਡ ਦੇ ਸੰਵਿਧਾਨ ਨਾਲ ਮਿਲਦਾ ਜੁਲਦਾ, ਕਿਉਂਕਿ ਉਹ ਸਾਡੇ 'ਤੇ ਪ੍ਰਸ਼ਾਸਨ ਕਰਕੇ ਗਏ ਨੇ। ਜਿਸ ਟਾਈਮ ਉਹਨਾਂ ਨੇ 1935 ਦਾ ਐਕਟ ਬਣਾਇਆ ਸੀ, ਭਾਰਤ ਸੁਸ਼ਾਸਨ ਐਕਟ ਜਿਹੜਾ 1935 ਦਾ ਬਣਾਇਆ ਸੀ, ਅਤੇ ਉਹਦੇ ਹਿਸਾਬ ਨਾਲ ਹੀ ਬਹੁਤ ਜ਼ਿਆਦਾ ਪ੍ਰੋਵੀਜ਼ਨ ਤਾਂ ਸਾਡੇ ਉਸ ਐਕਟ ਦੇ ਵਿੱਚੋਂ ਹੀ ਲੈ ਗਏ ਨੇ। 1935 ਵਾਲਾ ਭਾਰਤ ਸ਼ਾਸਨ ਅਧਿਨੇਮ ਸੀ ਜਿਹੜਾ। ਅਤੇ ਭਾਰਤ ਦੇ ਸੰਵਿਧਾਨ ਤਿਆਰ ਕਰਕੇ ਅੰਤਿਮ ਰੂਪ 26 ਨਵੰਬਰ 1949 ਨੂੰ ਦੇ ਦਿੱਤਾ ਗਿਆ ਸੀ, ਅਤੇ 26 ਜਨਵਰੀ 1950 ਨੂੰ ਇਹਨੂੰ ਮਤਲਬ 2 ਮਹੀਨੇ ਬਾਅਦ ਇਹਨੂੰ ਲਾਗੂ ਕਰ ਦਿੱਤਾ ਗਿਆ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀ ਡਰਾਫਟਿੰਗ ਕਮੇਟੀ ਸੀ, ਡਰਾਫਟਿੰਗ ਕਮੇਟੀ ਇਹਦੇ 11 ਸੈਸ਼ਨ ਹੋਏ ਸੀ। ਡਰਾਫਟਿੰਗ ਕਮੇਟੀ ਦੇ ਸੰਵਿਧਾਨ ਦੇ ਨਾਲ ਸੰਬੰਧਿਤ 11 ਸੈਸ਼ਨ ਹੋਏ ਸੀ। ਸੰਵਿਧਾਨ ਸਭਾ ਦੇ ਵਿੱਚ 165 ਦਿਨਾਂ ਤੱਕ ਇਹ 'ਤੇ ਡਿਸਕਸ਼ਨ ਚੱਲੀ ਸੀ, ਅਤੇ ਮੈਂਬਰ ਤੁਹਾਨੂੰ ਮੈਂ ਪਹਿਲਾਂ ਵੀ 2 ਵਾਰ ਦੱਸ ਚੁੱਕਿਆ। ਸੰਵਿਧਾਨ ਸਭਾ ਦੇ ਵਿੱਚ ਕਿੰਨੇ ਮੈਂਬਰ ਸੀ ਉਸ ਟਾਈਮ? 299 ਸੀ, ਕਿਉਂਕਿ 389 ਮੈਂਬਰ ਦਾ ਇਲੈਕਸ਼ਨ ਟੋਟਲ ਹੋਣਾ ਸੀ। ਉਹਦੇ ਵਿੱਚੋਂ 296 ਦੇ ਲਈ ਇਲੈਕਸ਼ਨ ਹੋਣਾ ਸੀ, ਅਤੇ ਜਿਹੜੇ 93 ਸੀ ਇਹ ਪ੍ਰਿੰਸਲੀ ਸਟੇਟਸ ਵਾਸਤੇ ਰਿਜ਼ਰਵ ਕਰਕੇ ਰੱਖੇ ਗਏ ਸੀ, ਪਰ ਪ੍ਰਿੰਸਲੀ ਸਟੇਟਸ ਨੇ ਪਾਰਟੀਸਿਪੇਟ ਕਰਨ ਤੋਂ ਮਨਾ ਕਰਤਾ ਸੀ। ਇਸ ਲਈ ਜਿਹੜੀਆਂ ਇਹ ਸੀਟਾਂ ਸੀ, ਮੋਸਟ ਆਫ ਦਾ ਸੀਟਸ ਜਿਹੜੀਆਂ ਇਹ ਕੈਂਸਲ ਹੋ ਗਈਆਂ ਸੀ। ਠੀਕ ਹੈ ਜੀ। ਅਤੇ ਸੰਵਿਧਾਨ ਸਭਾ ਦੇ ਵਿੱਚ ਟੋਟਲ ਕਿੰਨੇ ਮੈਂਬਰ ਸੀ ਉਸ ਟਾਈਮ? 299 ਸੀ। ਜਿਨ੍ਹਾਂ ਨੇ ਸਾਈਨ ਕੀਤੇ ਸੀ ਉਹ ਕਿੰਨੇ ਸੀ? 284। ਠੀਕ ਹੈ। ਉਸ ਤੋਂ ਬਾਅਦ ਸੰਵਿਧਾਨ ਦੇ ਵਿੱਚ ਐਟ ਪ੍ਰੈਜ਼ੈਂਟ 395 ਆਰਟੀਕਲ ਨੇ, 22 ਭਾਗ ਅਤੇ 12 ਸ਼ਡਿਊਲ ਨੇ। ਪਰ ਜਿਸ ਟਾਈਮ ਸੰਵਿਧਾਨ ਲਾਗੂ ਹੋਇਆ ਉਸ ਟਾਈਮ ਇਹਦੇ ਵਿੱਚ ਆਰਟੀਕਲ ਤਾਂ 315 ਹੀ ਸੀ, ਭਾਗ ਵੀ 22 ਸੀ, ਪਰ ਜਿਹੜੇ ਸ਼ਡਿਊਲ ਸੀ ਇਹ 8 ਸੀ। ਬਾਅਦ 'ਚ 1951 ਦੇ ਵਿੱਚ ਇੱਕ ਜੋੜਤਾ, ਫਿਰ 1986 ਦੇ ਵਿੱਚ, ਫਿਰ 93 ਦੇ ਵਿੱਚ 2 ਜੋੜਤੀ, 11ਵਾਂ 12ਵਾਂ, ਟੋਟਲ 12 ਜਿਹੜੇ ਸ਼ਡਿਊਲ ਨੇ ਇਹ ਭਾਰਤ ਦੇ ਸੰਵਿਧਾਨ ਦੇ ਵਿੱਚ ਨੇ। ਆਰਟੀਕਲ ਮਤਲਬ ਜਿਹੜੇ ਪਾਰਟਸ ਨੇ, ਪਾਰਟਸ ਵੀ ਅਸਲ ਦੇ ਵਿੱਚ ਇਹ 22 ਨਹੀਂ, 22 ਨੰਬਰਸ ਦੇ ਵਿੱਚ ਤਾਂ ਇਹ 22 ਨੇ ਲਿਖੇ ਹੋਏ, ਤੁਹਾਨੂੰ 22 ਹੀ ਮਿਲਣਗੇ, ਪਰ ਅਸਲ ਦੇ ਵਿੱਚ ਜਿਵੇਂ 9A ਜੋੜਤਾ, 9B, 14A, 14B, ਫਿਰ 7ਵਾਂ ਭਾਗ ਹੈ ਜਿਹੜਾ ਉਹਨੂੰ ਖਾਰਜ ਕਰਤਾ ਸੀ। ਇਹਦੇ ਵਿੱਚ ਭਾਗ ਵੀ ਗਿਣਤੀ ਜੇ ਕਰਕੇ ਦੇਖੋਗੇ ਤਾਂ 25 ਭਾਗ ਮਿਲਣਗੇ ਤੁਹਾਨੂੰ ਟੋਟਲ। ਠੀਕ ਹੈ ਜੀ। ਪਰ ਨੰਬਰ ਕਿੰਨਾ? 22। ਉਸ ਤੋਂ ਬਾਅਦ 6 ਫੰਡਾਮੈਂਟਲ ਰਾਈਟਸ ਨੇ। 6 ਫੰਡਾਮੈਂਟਲ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ 6 ਫੰਡਾਮੈਂਟਲ ਰਾਈਟਸ ਤਾਂ ਹੁਣ ਨੇ, ਪਰ ਜਿਸ ਟਾਈਮ ਸੰਵਿਧਾਨ ਲਾਗੂ ਹੋਇਆ ਸੀ ਉਸ ਟਾਈਮ 7 ਫੰਡਾਮੈਂਟਲ ਰਾਈਟਸ ਸੀ। 7 ਦੇ ਵਿੱਚੋਂ ਜਿਹੜਾ ਰਾਈਟ ਟੂ ਪ੍ਰੋਪਰਟੀ ਸੀ, ਰਾਈਟ ਟੂ ਪ੍ਰੋਪਰਟੀ ਉਹਨੂੰ ਖਾਰਜ ਕਰ ਦਿੱਤਾ ਗਿਆ ਸੀ। ਉਹਦੇ ਵਿੱਚ 2 ਆਰਟੀਕਲ ਖਾਰਜ ਕੀਤੇ ਸੀ, ਇੱਕ ਤਾਂ 19F, ਆਰਟੀਕਲ 19F ਅਤੇ ਆਰਟੀਕਲ 31। ਠੀਕ ਹੈ ਜੀ। ਇਹ 2 ਆਰਟੀਕਲ ਖਾਰਜ ਕਰਕੇ ਭਾਰਤ ਦੇ ਜਿਹੜੇ 7 ਫੰਡਾਮੈਂਟਲ ਰਾਈਟਸ ਸੀ ਉਹਨਾਂ ਨੂੰ 7 ਤੋਂ ਘਟਾ ਕੇ 6 ਕਰਤਾ ਸੀ। ਇੱਕ ਪ੍ਰੀਐਂਬਲ ਵੀ ਆ, ਉਹ ਵੀ ਤੁਹਾਨੂੰ ਪਤਾ ਹੀ ਆ। ਪ੍ਰੀਐਂਬਲ ਭਾਰਤ ਦੇ ਸੰਵਿਧਾਨ ਦੇ ਵਿੱਚ ਸਭ ਤੋਂ ਲਾਸਟ ਦੇ ਵਿੱਚ ਲਾਗੂ ਕੀਤਾ ਗਿਆ ਸੀ। ਆ ਗਈ ਡਰਾਫਟਿੰਗ ਕਮੇਟੀ। ਠੀਕ ਹੈ ਜੀ। 29 ਅਗਸਤ 1947 ਨੂੰ ਅਪਾਇੰਟ ਕਰੀ ਗਈ ਸੀ। ਡਾਕਟਰ BR ਅੰਬੇਦਕਰ ਇਹਦੇ ਚੇਅਰਮੈਨ ਸੀ। ਟੋਟਲ 7 ਮੈਂਬਰ ਸੀ। ਕੋਸ਼ਿਸ਼ ਕਰਿਓ ਇਹਨਾਂ ਨੂੰ ਐਵੇਂ ਯਾਦ ਰੱਖ ਸਕਦੇ ਹੋ। 2 ਤਾਂ ਇਹਦੇ ਵਿੱਚ ਡਾਕਟਰ ਸੀ, ਡਾਕਟਰ BR ਅੰਬੇਦਕਰ ਹੋ ਗਿਆ, ਡਾਕਟਰ KM ਮੁਨਸ਼ੀ ਹੋ ਗਿਆ। ਠੀਕ ਹੈ ਜੀ। 2 ਇਹ ਸੀ, ਅਈਅਰ ਅਤੇ ਅਯੰਗਰ, ਗੋਪਾਲ ਸਵਾਮੀ ਅਯੰਗਰ ਅਤੇ ਕ੍ਰਿਸ਼ਨ ਸਵਾਮੀ ਅਈਅਰ। ਇੱਕ ਮੁਸਲਿਮ ਸੀ ਇਹਦੇ ਵਿੱਚ, ਸੈਯਦ ਮੁਹੰਮਦ ਸਦੁੱਲਾ, ਅਤੇ 2 ਮੈਂਬਰ ਐਵੇਂ ਦੇ ਸੀ ਜਿਨ੍ਹਾਂ ਨੂੰ ਚੇਂਜ ਕਰਨਾ ਪਿਆ ਸੀ। ਠੀਕ ਹੈ ਜੀ। ਜਿਵੇਂ ਇੱਕ ਤਾਂ BL ਮਿੱਤਰ ਸੀ। BL ਮਿੱਤਰ, ਇਹਨਾਂ ਦੀ ਕੁਛ ਹੈਲਥ ਖ਼ਰਾਬ ਹੋ ਗਈ ਸੀ, ਇਹਨਾਂ ਨੇ ਰਿਜ਼ਾਈਨ ਕਰਤਾ ਸੀ, ਇਹਦੀ ਜਗ੍ਹਾ 'ਤੇ N ਮਾਧਵ ਰਾਓ ਆ ਗਏ ਸੀ। ਅਤੇ ਉਸ ਤੋਂ ਬਾਅਦ DP ਖੈਤਾਨ ਸੀ, ਇਹਨਾਂ ਦੀ ਵੀ ਹੈਲਥ ਖ਼ਰਾਬ ਮਤਲਬ ਇਹਨਾਂ ਦੀ ਡੈਥ ਹੋ ਗਈ ਸੀ 1948 ਦੇ ਵਿੱਚ। ਇਹਨਾਂ ਦੀ ਜਗ੍ਹਾ 'ਤੇ T ਕ੍ਰਿਸ਼ਨਾਮਾਚਾਰੀ ਆ ਗਏ ਸੀ। ਠੀਕ ਹੈ ਜੀ। ਇੱਕ ਵਾਰੀ ਦੁਬਾਰਾ ਦਿਮਾਗ ਦੇ ਵਿੱਚ ਘੁਮਾ ਕੇ ਦੇਖੋ, 2 ਤਾਂ ਡਾਕਟਰ ਹੋ ਗਏ ਇਹਦੇ ਵਿੱਚ, ਡਾਕਟਰ BR ਅੰਬੇਦਕਰ ਅਤੇ ਡਾਕਟਰ KM ਮੁਨਸ਼ੀ। 2 ਹੋ ਗਏ ਅਈਅਰ ਅਤੇ ਅਯੰਗਰ। 4 ਇੱਕ ਹੋ ਗਿਆ ਮੁਸਲਿਮ, ਸੈਯਦ ਮੁਹੰਮਦ ਸਾਦੁੱਲਾ, ਅਤੇ 2 ਮੈਂਬਰ ਐਵੇਂ ਦੇ ਸੀ ਜਿਨ੍ਹਾਂ ਨੂੰ ਚੇਂਜ ਕੀਤਾ ਗਿਆ। ਠੀਕ ਹੈ ਜੀ। N ਮਾਧਵ ਰਾਓ ਆਏ ਸੀ BL ਮਿੱਤਰ ਦੀ ਜਗ੍ਹਾ 'ਤੇ, ਮਿੱਤਰ ਦੀ ਜਗ੍ਹਾ 'ਤੇ ਮਾਧਵ ਆਏ, ਅਤੇ ਖੈਤਾਨ ਦੀ ਜਗ੍ਹਾ 'ਤੇ ਕ੍ਰਿਸ਼ਨਾਮਾਚਾਰੀ ਆਏ। ਠੀਕ ਹੈ ਜੀ। ਇਹਨਾਂ ਨੂੰ ਵੀ ਤੁਸੀਂ ਇੱਕ ਜਗ੍ਹਾ 'ਤੇ ਨੋਟ ਕਰਕੇ ਆਪਣਾ ਰੱਖ ਲਿਓ। ਚੱਲਦੇ ਹਾਂ ਅੱਗੇ। ਹੁਣ ਦੇਖੋ, ਭਾਰਤ ਦੇ ਸੰਵਿਧਾਨ ਨੂੰ ਬਣਾਉਣ ਤੋਂ ਪਹਿਲਾਂ ਜਿਹੜੀ ਕਮੇਟੀ ਸੀ ਉਹਨੇ ਲਗਭਗ 60 ਦੇਸ਼ਾਂ ਦੇ ਸੰਵਿਧਾਨ ਨੂੰ ਸਟੱਡੀ ਕੀਤਾ ਸੀ।
ਠੀਕ ਹੈ ਜੀ। 60 ਦੇਸ਼ਾਂ ਦੇ ਸੰਵਿਧਾਨ ਨੂੰ ਸਟੱਡੀ ਕਰਕੇ ਲਗਭਗ 64 ਲੱਖ ਰੁਪਏ ਇਹ 'ਤੇ ਖਰਚਾ ਕਰਕੇ ਫਿਰ ਸੰਵਿਧਾਨ ਜਿਹੜਾ ਇਹ ਬਣਾਇਆ ਗਿਆ ਸੀ। ਹੁਣ 60 ਦੇਸ਼ਾਂ ਦੇ ਸੰਵਿਧਾਨ ਨੂੰ ਪੜ੍ਹ ਕੇ ਉਹਦੇ ਵਿੱਚੋਂ ਲਿਆ ਕੀ ਗਿਆ। ਦੇਖੋ, ਪ੍ਰਸ਼ਾਸਨ ਸਾਡੇ 'ਤੇ ਅੰਗਰੇਜ਼ ਕਰ ਰਹੇ ਸੀ, ਮਤਲਬ ਬ੍ਰਿਟੇਨ ਕਰ ਰਿਹਾ ਸੀ, ਤਾਂ ਕਰਕੇ ਬ੍ਰਿਟਿਸ਼ ਤੋਂ ਤਾਂ ਸੰਸਦੀ ਪ੍ਰਣਾਲੀ ਵੀ ਬ੍ਰਿਟੇਨ ਤੋਂ ਲੈ ਲਈ। ਠੀਕ ਹੈ। ਉਸ ਤੋਂ ਬਾਅਦ ਜਿਹੜੀ ਕਾਨੂੰਨ ਪਾਸ ਕਰਨ ਦੀ ਮਤਲਬ ਕਾਨੂੰਨ ਅਤੇ ਪ੍ਰਸ਼ਾਸਨ ਨਾਲ ਰਿਲੇਟਡ ਜਿਹੜੇ ਪ੍ਰੋਵੀਜ਼ਨਸ ਨੇ ਉਹ ਕਿਤੋਂ ਲਏ ਨੇ, ਬ੍ਰਿਟੇਨ ਤੋਂ ਲਏ ਨੇ। ਉਸ ਤੋਂ ਬਾਅਦ ਮੋਸਟ ਪਾਵਰਫੁਲ ਕੰਟਰੀ ਆਪਾਂ ਨੂੰ ਸਾਰਿਆਂ ਨੂੰ ਪਤਾ US ਹੈ। ਜਿੰਨੀਆਂ ਵੀ ਪਾਵਰਫੁਲ ਜਿਹੜੇ ਪ੍ਰੋਵੀਜ਼ਨਸ ਨੇ ਉਹ ਸਾਰੇ US ਤੋਂ ਲਏ ਗਏ ਨੇ, ਜਿਵੇਂ ਫੰਡਾਮੈਂਟਲ ਰਾਈਟਸ ਹੋ ਗਏ, ਠੀਕ ਹੈ ਜੀ, ਮੌਲਿਕ ਅਧਿਕਾਰ ਹੋ ਗਏ। ਉਸ ਤੋਂ ਬਾਅਦ ਸੁਪਰੀਮ ਕੋਰਟ ਦੀ ਬਣਤਰ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਸੁਪਰੀਮ ਕੋਰਟ ਕੋਲੇ ਇਹ ਪਾਵਰ ਹੈ ਕਿ ਜੇ ਸੰਸਦ ਨੇ ਕੋਈ ਕਾਨੂੰਨ ਪਾਸ ਕੀਤਾ ਹੈ ਤਾਂ ਸੁਪਰੀਮ ਕੋਰਟ ਉਹਨੂੰ ਵੀ ਖਾਰਜ ਕਰ ਸਕਦਾ ਹੈ। ਇਹਨੂੰ ਕਹਿੰਦੇ ਨੇ ਜੁਡੀਸ਼ੀਅਲ ਰਿਵਿਊ, ਨਿਆਇਕ ਪੁਨਰ ਨਿਰੀਖਣ। ਇਹ ਦੋਨੋਂ ਵੀ US ਤੋਂ ਲਏ ਨੇ। ਉਸ ਤੋਂ ਬਾਅਦ ਉਪ ਰਾਸ਼ਟਰਪਤੀ ਦਾ ਜਿਹੜਾ ਪਦ ਹੈ ਉਹ ਵੀ ਅਸੀਂ US ਤੋਂ ਲਿਆ। ਅਤੇ ਜਿਹੜਾ ਸੰਘੀ ਢਾਂਚਾ ਹੈ, ਸੰਘੀ ਢਾਂਚਾ ਅਸੀਂ ਲਿਆ ਸੀ ਕੈਨੇਡਾ ਤੋਂ, ਕਿਉਂਕਿ US ਦੇ ਵਿੱਚ ਫੈਡਰਲ ਸਿਸਟਮ ਚੱਲਦਾ ਸੀ ਅਤੇ UK ਦੇ ਵਿੱਚ ਯੂਨਿਟਰੀ ਸਿਸਟਮ ਚੱਲਦਾ ਸੀ। ਪਰ ਜਿਹੜਾ ਸਾਡਾ ਸਿਸਟਮ ਹੈ ਇਹਦੇ ਵਿੱਚ ਹੈ ਤਾਂ ਯੂਨਿਟਰੀ ਸਿਸਟਮ ਆ, ਪਰ ਇਹਦੇ ਵਿੱਚ ਜਿਹੜੇ ਫੈਡਰੇਸ਼ਨ ਦੇ ਪ੍ਰੋਵੀਜ਼ਨਸ ਨੇ ਉਹ ਵੀ ਤੁਹਾਨੂੰ ਮਿਲਦੇ ਨੇ। ਠੀਕ ਹੈ ਜੀ। ਰਾਜ ਦੇ ਨੀਤੀ ਨਿਰਦੇਸ਼ਕ ਤੱਤ ਲਏ ਗਏ ਸੀ ਆਇਰਲੈਂਡ ਕੋਲੋਂ। ਉਸ ਤੋਂ ਬਾਅਦ ਸੰਕਟਕਾਲੀਨ ਜਿਹੜੀ ਪ੍ਰੋਵੀਜ਼ਨ ਲਏ ਗਏ ਸੀ ਇਹ ਲਏ ਗਏ ਸੀ ਜਰਮਨੀ ਤੋਂ। ਤੁਹਾਨੂੰ ਪਤਾ ਹੀ ਹੈ ਕਿ ਦੋਨੋਂ ਵਰਲਡ ਵਾਰ ਦੇ ਵਿੱਚ ਜਿਹੜੇ ਸਿਆਪੇ ਪਾਏ ਨੇ ਜਰਮਨੀ ਨੇ ਹੀ ਪਾਏ ਨੇ। ਠੀਕ ਹੈ। ਤਾਂ ਕਰਕੇ ਜਰਮਨੀ ਦੇ ਵਿੱਚ ਐਮਰਜੈਂਸੀ ਲੱਗੀ ਰਹੀ ਹੈ। ਤਾਂ ਇਸ ਦੇ ਲਈ ਜਿਹੜੇ ਸੰਕਟਕਾਲੀਨ ਪ੍ਰੋਵੀਜ਼ਨਸ ਨੇ, ਮਤਲਬ ਐਮਰਜੈਂਸੀ ਜਿਹੜੇ ਪ੍ਰੋਵੀਜ਼ਨਸ ਨੇ, ਇਹ ਕਿਤੋਂ ਲਏ ਗਏ ਨੇ, ਇਹ ਜਰਮਨੀ ਤੋਂ ਲਏ ਗਏ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਮੌਲਿਕ ਕਰਤੱਵ, ਫੰਡਾਮੈਂਟਲ ਡਿਊਟੀਜ਼। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਪਹਿਲਾਂ ਫੰਡਾਮੈਂਟਲ ਡਿਊਟੀਜ਼ ਨੂੰ ਮੈਂਸ਼ਨ ਨਹੀਂ ਕੀਤਾ ਗਿਆ ਸੀ, ਇਹਨਾਂ ਨੂੰ ਬਾਅਦ ਦੇ ਵਿੱਚ ਮੈਂਸ਼ਨ ਕਰਿਆ ਸੀ। ਠੀਕ ਹੈ ਜੀ। ਇਹ ਅਸੀਂ ਲਏ ਸੀ ਸੋਵੀਅਤ ਸੰਘ ਤੋਂ। ਸੋਵੀਅਤ ਸੰਘ ਮਤਲਬ USSR ਜਿਹੜਾ ਅੱਜ ਰਸ਼ੀਆ ਹੈ। 1991 ਤੱਕ ਇਹ USSR ਹੁੰਦਾ ਸੀ ਅਤੇ 1991 ਦੇ ਵਿੱਚ ਇਹ 15 ਛੋਟੇ ਦੇਸ਼ਾਂ ਦੇ ਵਿੱਚ ਟੁੱਟ ਗਿਆ। ਉਹਦੇ ਵਿੱਚੋਂ ਰਸ਼ੀਆ ਵੀ ਇੱਕ ਹੈ। ਤਾਂ ਜਿਹੜੇ ਮੌਲਿਕ ਕਰਤੱਵ ਨੇ, ਕਿਉਂਕਿ ਜਿਹੜਾ ਰੂਸ ਹੈ ਉਹ ਆਪਣੇ ਕਰਤੱਵਾਂ ਦਾ ਜ਼ਿਆਦਾ ਪਾਲਣ ਕਰਦਾ, ਉਹ ਜ਼ਿਆਦਾ ਥੋੜ੍ਹਾ ਜਿਹਾ ਡਿਸਿਪਲਿਨ ਦੇ ਵਿੱਚ ਰਹਿੰਦਾ, ਤਾਂ ਕਰਕੇ ਅਸੀਂ ਫੰਡਾਮੈਂਟਲ ਡਿਊਟੀਜ਼ ਜਿਹੜੀਆਂ ਉਹ USSR ਤੋਂ ਲਈਆਂ ਸੀ। ਉਸ ਤੋਂ ਬਾਅਦ ਕਾਨੂੰਨ, ਇਹ ਤੁਹਾਨੂੰ ਦੱਸ ਦਿੱਤਾ ਕਿ ਕਾਨੂੰਨ ਅਤੇ ਸੰਸਦ ਦੇ ਜਿਹੜੇ ਵੀ ਪ੍ਰੋਵੀਜ਼ਨਸ ਨੇ ਉਹ ਅਸੀਂ ਲਏ ਨੇ ਬ੍ਰਿਟੇਨ ਕੋਲੋਂ। ਸੰਸਦ ਦੇ ਵਿਸ਼ੇਸ਼ ਅਧਿਕਾਰ ਆ ਗਏ, ਇਹ ਵੀ ਅਸੀਂ ਬ੍ਰਿਟਿਸ਼ਰਸ ਤੋਂ ਲਏ ਨੇ। ਉਸ ਤੋਂ ਬਾਅਦ ਕਾਨੂੰਨ ਸ਼ਾਸਨ, ਇਹ ਵੀ UK ਬ੍ਰਿਟੇਨ ਤੋਂ ਅਸੀਂ ਲਿਆ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀ ਸਮਵਰਤੀ ਸੂਚੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ 3 ਸੂਚੀਆਂ ਨੇ ਭਾਰਤ ਦੇ ਸੰਵਿਧਾਨ ਦੇ ਵਿੱਚ, ਯੂਨੀਅਨ ਲਿਸਟ, ਸਟੇਟ ਲਿਸਟ ਅਤੇ ਕਨਕਰੰਟ ਲਿਸਟ। ਜਿਹੜੀ ਇਹ ਕਨਕਰੰਟ ਲਿਸਟ ਹੈ ਇਹਨੂੰ ਸਮਵਰਤੀ ਸੂਚੀ ਕਿਹਾ ਜਾਂਦਾ। ਇਹ ਸਮਵਰਤੀ ਸੂਚੀ ਅਸੀਂ ਕਿਹਦੇ ਕੋਲੋਂ ਲਈ ਹੈ? ਇਹ ਆਸਟ੍ਰੇਲੀਆ ਦੇ ਸੰਵਿਧਾਨ 'ਚੋਂ ਲਈ ਹੈ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਸੰਵਿਧਾਨ ਦਾ ਸੰਸ਼ੋਧਨ ਕਰਨ ਦਾ ਜਿਹੜਾ ਪ੍ਰੋਸੈਸ ਹੈ, ਸੰਵਿਧਾਨ ਸੰਸ਼ੋਧਨ ਭਾਰਤ ਦੇ ਆਰਟੀਕਲ 368 ਦੇ ਵਿੱਚ ਸੰਵਿਧਾਨ ਸੰਸ਼ੋਧਨ ਦਾ ਜਿਹੜਾ ਜ਼ਿਕਰ ਕੀਤਾ ਗਿਆ ਹੈ। ਪਰ ਇਹ ਵੀ ਯਾਦ ਰੱਖਿਓ ਕਿ ਆਰਟੀਕਲ 368 ਦੇ ਵਿੱਚ 2 ਹੀ ਤਰ੍ਹਾਂ ਦਾ ਜਿਹੜਾ ਸੰਵਿਧਾਨ ਸੰਸ਼ੋਧਨ ਇਹਦੇ ਬਾਰੇ ਲਿਖਿਆ ਗਿਆ, ਪਰ ਅਸਲ ਦੇ ਵਿੱਚ ਭਾਰਤ ਦੇ ਸੰਵਿਧਾਨ ਦੇ ਵਿੱਚ 3 ਤਰ੍ਹਾਂ ਦਾ ਸੰਸ਼ੋਧਨ ਹੋ ਸਕਦਾ, ਕਿਉਂਕਿ ਇਹ ਜਿਹੜਾ ਦਿੱਤਾ ਗਿਆ ਇਹ ਸਿਰਫ ਸਪੈਸ਼ਲ ਮੈਜੋਰਿਟੀ ਨਾਲ ਸੰਵਿਧਾਨ ਸੰਸ਼ੋਧਨ ਦਿੱਤਾ ਗਿਆ ਆਰਟੀਕਲ 368 ਦੇ ਵਿੱਚ। ਅਤੇ ਜਿਹੜਾ ਤੀਸਰਾ ਪ੍ਰੋਸੈਸ ਹੈ ਸਿੰਪਲ ਮੈਜੋਰਿਟੀ ਵਾਲਾ, ਉਹ ਆਰਟੀਕਲ 368 ਦੇ ਵਿੱਚ ਨਹੀਂ ਦਿੱਤਾ ਹੋਇਆ। ਠੀਕ ਹੈ ਜੀ। ਉਸ ਤੋਂ ਰਹਿ ਗਿਆ ਗਣਤੰਤਰ ਮਤਲਬ ਕਿ ਰਿਪਬਲਿਕ ਆਫ ਇੰਡੀਆ। ਅਸੀਂ ਰਿਪਬਲਿਕ ਜਿਹੜਾ ਇਹ ਕਿਤੋਂ ਲਿਆ? ਇਹ ਅਸੀਂ ਲਿਆ ਫਰਾਂਸ ਤੋਂ। ਠੀਕ ਹੈ। ਇੱਕ ਚੀਜ਼ ਹੋਰ ਦੇਖੋ, ਇਹਦੇ ਵਿੱਚ ਆ ਜਿਹੜਾ ਦਿੱਤਾ ਨਾ ਪਿੱਛੇ ਗੌਰਮੈਂਟ ਆਫ ਇੰਡੀਆ ਐਕਟ, ਇਹ ਜਿਹੜੇ ਪ੍ਰੋਵੀਜ਼ਨਸ ਨੇ, ਗੌਰਮੈਂਟ ਆਫ ਇੰਡੀਆ ਐਕਟ ਜਿਹੜਾ ਆਇਆ ਸੀ 1935 ਵਾਲਾ, ਉਹਦੇ ਵਿੱਚ ਇਹ ਜਰਮਨੀ ਤੋਂ ਲੈ ਕੇ ਪਹਿਲਾਂ ਉਹਦੇ ਵਿੱਚ ਐਡ ਕਰਤੇ। ਠੀਕ ਹੈ ਜੀ। ਆਹ ਜਿਹੜਾ ਪ੍ਰੋਵੀਜ਼ਨ ਸੀ ਸੰਘੀ ਢਾਂਚੇ ਵਾਲਾ, ਇਹ ਵੀ ਉਹਦੇ ਵਿੱਚੋਂ ਲੈ ਕੇ ਕੈਨੇਡਾ ਦੇ ਕੌਂਸਟੀਟਿਊਸ਼ਨ 'ਚੋਂ ਲੈ ਕੇ ਇਹ ਵੀ ਗੌਰਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਇਹਨਾਂ ਨੇ ਮੈਂਸ਼ਨ ਕਰਤਾ ਸੀ। ਪਰ ਜਿਸ ਟਾਈਮ ਭਾਰਤ ਦਾ ਸੰਵਿਧਾਨ ਮਤਲਬ ਬਣਾਇਆ 1949 ਦੇ ਵਿੱਚ ਅਤੇ 1950 ਦੇ ਵਿੱਚ ਫਿਰ ਲਾਗੂ ਕਰਿਆ, ਤਾਂ ਫਿਰ ਇਹ ਗੌਰਮੈਂਟ ਆਫ ਇੰਡੀਆ ਐਕਟ ਦੇ ਵਿੱਚੋਂ ਹੀ ਚੱਕ ਲਿਆ ਸੀ। ਠੀਕ ਹੈ। ਗੌਰਮੈਂਟ ਆਫ ਇੰਡੀਆ ਐਕਟ ਦੇ ਵਿੱਚੋਂ ਹੀ ਚੱਕ ਲਿਆ ਸੀ, ਪਰ ਐਕਚੁਅਲ ਦੇ ਵਿੱਚ ਪ੍ਰੋਵੀਜ਼ਨ ਲੈ ਕਿੱਥੋਂ ਗਿਆ ਸੀ? ਇਹ ਕੈਨੇਡਾ ਤੋਂ ਅਤੇ ਇਹ ਜਰਮਨੀ ਤੋਂ। ਠੀਕ ਹੈ ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਇਹਦੇ ਵਿੱਚੋਂ ਕੁਛ ਨਵਾਂ ਸਿੱਖਣ ਨੂੰ ਮਿਲਿਆ ਹੋਵੇਗਾ। ਇਹਦੇ ਆਪਣੇ ਸ਼ਾਰਟ ਨੋਟਸ ਬਣਾ ਲਿਓ। ਅਤੇ ਬਾਕੀ ਇਹ ਤਾਂ ਇੱਕ ਬੇਸਿਕ ਜੀ ਵੀਡੀਓ ਬਣਾਈ ਸੀ ਤੁਹਾਨੂੰ ਸਿਰਫ ਫੈਕਚੁਅਲ ਜਾਣਕਾਰੀ ਦੇਣ ਦੇ ਲਈ।
ਬਾਕੀ ਪਾਰਟ ਟੂ ਪਾਰਟ ਜਿਹੜੇ ਵੀ ਮੇਨ ਭਾਗ ਨੇ ਭਾਰਤੀ ਸੰਵਿਧਾਨ ਦੇ, ਉਹਨਾਂ ਨਾਲ ਸੰਬੰਧਿਤ ਜਿਹੜੇ ਵੀ ਮੇਨ ਆਰਟੀਕਲਸ ਨੇ ਅਤੇ ਜਿਹੜੀ ਵੀ ਮਤਲਬ ਮੇਨ ਜਾਣਕਾਰੀ ਹੋਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਠੀਕ ਹੈ ਜੀ। ਹੁਣ ਇੱਕ ਹੋਰ ਬੇਸਿਕ ਵੀਡੀਓ ਤੁਹਾਨੂੰ ਬਣਾ ਕੇ ਦੇਵਾਂਗੇ, ਸ਼ਾਇਦ ਹੋ ਸਕਦਾ ਅੱਜ ਸ਼ਾਮ ਤੱਕ, ਨਹੀਂ ਤਾਂ ਕੱਲ੍ਹ ਬਣਾ ਕੇ ਦੇ ਦਾਂਗੇ। ਉਹਦੇ ਵਿੱਚ ਤੁਹਾਨੂੰ ਭਾਰਤ ਦੇ ਸੰਵਿਧਾਨ ਦੇ ਜਿਹੜੇ ਸ਼ਡਿਊਲਸ ਨੇ, ਅਨੁਸੂਚੀਆਂ ਅਤੇ ਜਿਹੜੇ ਭਾਗ ਨੇ ਉਹਨਾਂ ਬਾਰੇ ਥੋੜ੍ਹੀ ਜਿਹੀ ਡਿਸਕਸ ਕਰਕੇ ਉਹ ਸਮਝਾ ਦਾਂਗੇ। ਉਸ ਤੋਂ ਬਾਅਦ ਭਾਰਤ ਦੇ ਸੰਵਿਧਾਨ ਦਾ ਜਿਹੜਾ ਭਾਗ ਪਹਿਲਾ, ਦੂਜਾ, ਤੀਜਾ ਅਤੇ ਚੌਥਾ ਐਵੇਂ ਕਰਕੇ ਅਸੀਂ ਅੱਗੇ ਚੱਲਦੇ ਚੱਲਾਂਗੇ ਅਤੇ ਕੋਸ਼ਿਸ਼ ਕਰਾਂਗੇ ਕਿ ਇੰਨਾ ਕੁ ਤੁਹਾਨੂੰ ਸਮਝ ਆ ਸਕੇ ਤਾਂ ਕਿ ਤੁਹਾਡੇ ਪੇਪਰ ਦੇ ਵਿੱਚ ਜੇ ਇਹਨਾਂ ਦੇ ਵਿੱਚੋਂ ਕੋਈ ਕੁਐਸਚਨ ਆਵੇ ਤਾਂ ਉਹ ਨਾ ਛੁੱਟੇ। ਠੀਕ ਹੈ ਜੀ। ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ। ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਅਤੇ ਸਾਡਾ ਟੈਲੀਗ੍ਰਾਮ ਚੈਨਲ ਤੁਸੀਂ ਜ਼ਰੂਰ ਜੁਆਇਨ ਕਰ ਲਓ, ਕਿਉਂਕਿ ਜਿਹੜੇ ਕੁਇਜ਼ਸ ਵਗੈਰਾ ਉਹਦੇ ਵਿੱਚ ਹੁੰਦੇ ਨੇ ਉਹ ਤੁਹਾਨੂੰ ਬਹੁਤ ਜ਼ਿਆਦਾ ਫ਼ਾਇਦਾ ਦੇਣਗੇ। ਕਿਉਂਕਿ ਪੜ੍ਹਨਾ ਤਾਂ ਠੀਕ ਹੈ, ਪਰ ਪੜ੍ਹਨ ਦੇ ਨਾਲ ਨਾਲ ਪ੍ਰੈਕਟਿਸ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਠੀਕ ਹੈ ਜੀ। ਠੀਕ ਹੈ ਦੋਸਤੋ, ਮਿਲਦੇ ਹਾਂ ਬਾਅਦ 'ਚ ਕਿਸੇ ਨਵੇਂ ਟੌਪਿਕ ਦੇ ਨਾਲ।